Good morning, students. In this video today, we will discuss about the conjunctions, and this is the chapter number 13 of your grammar books, right? So let's start. First, we should know what is a conjunction. Students, conjunction ਨੂੰ ਆਪਾਂ ਪੰਜਾਬੀ ਦੇ ਵਿੱਚ ਨਾ ਯੋਜਕ ਕਹਿ ਦਿੰਦੇ ਹਾਂ। ਯੋਜਕ ਦਾ ਮਤਲਬ ਉਹ ਹੁੰਦਾ ਆ ਜਿਹੜਾ ਦੋ ਸ਼ਬਦਾਂ ਨੂੰ, ਦੋ ਵਾਕਾਂ ਨੂੰ ਜਾਂ ਦੋ ਵਾਕਾਂਸ਼ ਜਿਹੜੇ ਹੁੰਦੇ ਉਹਨਾਂ ਨੂੰ ਆਪਸ 'ਚ ਜੋੜਦਾ ਆ, ਠੀਕ ਹੈ। In English grammar, we can call conjunctions as linkers or connectors. मतलब ਕੰਜੰਕਸ਼ਨਸ ਨੂੰ ਆਪਾਂ ਲਿੰਕਰਸ ਵੀ ਕਹਿ ਸਕਦੇ ਹਾਂ ਅਤੇ ਕਨੈਕਟਰਸ ਵੀ ਕਹਿ ਸਕਦੇ ਹਾਂ। ਜੁਆਇਨਿੰਗ ਵਰਡਸ ਜਿਹੜੇ ਹੁੰਦੇ ਉਹ ਵੀ ਕਿਹਾ ਜਾਂਦਾ ਹੈ, ਠੀਕ ਹੈ। ਤਿੰਨ ਚਾਰ ਨਾਵਾਂ ਨਾਲ ਇਹਨਾਂ ਨੂੰ ਜਿਹੜਾ ਬੁਲਾਇਆ ਜਾਂਦਾ ਆ। ਦੇ ਜੁਆਇਨ ਵਰਡਸ, ਫਰੇਜ਼ਿਸ ਐਂਡ ਕਲੌਜ਼ਿਸ। ਅੱਛਾ ਸਟੂਡੈਂਟਸ, ਜਿਹੜੇ ਹੁੰਦੇ ਨਾ ਕੰਜੰਕਸ਼ਨਸ ਜਿਹੜੇ ਸ਼ਬਦ ਹੁੰਦੇ ਆ ਉਹਨਾਂ ਨੂੰ ਆਪਸ 'ਚ ਜੋੜਦੇ ਆ। ਜਿਹੜੇ ਫਰੇਜ਼ਿਸ ਹੁੰਦੇ ਆ ਨਾ, ਫਰੇਜ਼ਿਸ ਹੁੰਦਾ ਸੈਂਟੈਂਸ ਦਾ ਹਿੱਸਾ। ਜਿੱਦਾਂ ਮੈਂ ਲਿਖਾਂ ਫੋਰ ਐਗਜ਼ਾਮਪਲ ਮੈਂ ਕਹਾਂ ਇਨ ਦਾ ਪਾਰਕ, ਔਨ ਦਾ ਟੇਬਲ, ਠੀਕ ਹੈ। ਇਹ ਜਿਹੜੇ ਆ ਇਹ ਗਰੁੱਪ ਆਫ ਵਰਡਸ ਤੇ ਹੁੰਦੇ ਬਟ ਕੰਪਲੀਟ ਮੀਨਿੰਗ ਨਹੀਂ ਦਿੰਦੇ ਤੁਹਾਨੂੰ, ਉਹ ਹੁੰਦੇ ਆ ਫਰੇਜ਼ਿਸ। ਦੇ ਜਿਹੜੇ ਹੁੰਦੇ ਆ ਨਾ ਕਲੌਜ਼ਿਸ ਜਿਹੜੇ ਆ ਇਹ ਇੱਕ ਮੇਨ ਕਲੌਜ਼ ਹੁੰਦਾ, ਇੱਕ ਪ੍ਰਿੰਸੀਪਲ ਕਲੌਜ਼ ਹੁੰਦਾ। ਮੇਨ ਕਲੌਜ਼ ਆਪਣਾ ਕੰਪਲੀਟ ਮੀਨਿੰਗ ਦੇ ਪਾਉਂਦੇ ਆ, ਜਿਹੜੇ ਡਿਪੈਂਡੈਂਟ ਕਲੌਜ਼ਿਸ ਹੁੰਦੇ ਉਹ ਆਪਣਾ ਕੰਪਲੀਟ ਮੀਨਿੰਗ ਨਹੀਂ ਦੇ ਪਾਉਂਦੇ ਹੁੰਦੇ। ਸੈਂਟੈਂਸ ਵਾਂਗੂ ਹੀ ਆ ਬਟ ਉਹਨਾਂ ਨੂੰ ਸੈਂਟੈਂਸ ਨਹੀਂ ਕਹਿ ਸਕਦੇ। ਜਿਹੜਾ ਹੁੰਦਾ ਨਾ ਕੀ ਕਹਿੰਦੇ ਕਲੌਜ਼ਿਸ ਨਾ ਸੈਂਟੈਂਸ ਦਾ ਇੱਕ ਹਿੱਸਾ ਹੁੰਦਾ ਆ। ਸਬਜੈਕਟ ਪ੍ਰੈਡੀਕੇਟ ਇਹਨਾਂ ਦੇ ਵਿੱਚ ਹੁੰਦਾ ਬਟ ਉਹ ਪੂਰਾ ਮੀਨਿੰਗਫੁਲ ਨਹੀਂ ਹੁੰਦਾ, ਠੀਕ ਹੈ। ਇਸ ਤਰੀਕੇ ਨਾਲ ਆਪਾਂ ਕਲੌਜ਼ਿਸ ਨੂੰ ਸਮਝ ਸਕਦੇ ਹਾਂ। ਅੱਗੇ ਗੱਲ ਕਰ ਰਹੇ ਹਾਂ ਕਮਸ ਬਿਟਵੀਨ ਵਰਡਸ। ਜਿਹੜੇ ਕੰਜੰਕਸ਼ਨਸ ਹੁੰਦੇ ਆ ਨਾ ਉਹ ਦੋ ਵਰਡਸ ਨੂੰ ਜੋੜਦੇ ਆ ਅਤੇ ਮਤਲਬ ਦੋ ਵਰਡਸ ਦੇ ਵਿਚਕਾਰ ਆ ਸਕਦੇ ਆ, ਠੀਕ ਹੈ। ਇਨ ਦੀ ਬਿਗਿਨਿੰਗ ਆਫ ਦਾ ਸੈਂਟੈਂਸ। ਤੁਸੀਂ ਕਈ ਕੰਜੰਕਸ਼ਨਸ ਵੇਖੇ ਹੋਣਗੇ, ਕਈ ਕੰਜੰਕਸ਼ਨ ਜ਼ਰੂਰੀ ਨਹੀਂ ਕਿ ਸੈਂਟੈਂਸ ਨੂੰ ਜੋੜਨ ਦਾ ਕੰਮ ਕਰਦੇ ਆ ਅਤੇ ਉਹ ਸੈਂਟੈਂਸ ਦੇ ਵਿਚਕਾਰ ਹੀ ਕੰਜੰਕਸ਼ਨਸ ਹੋਣ। ਕਈ ਕੰਜੰਕਸ਼ਨਸ ਜਿਹੜੇ ਆ ਸਟਾਰਟਿੰਗ ਵਿੱਚ ਵੀ ਆ ਜਾਂਦੇ, ਜਿੱਦਾਂ ਦੋ ਹੋ ਗਿਆ, ਸਿੰਸ ਹੋ ਗਿਆ, ਐਜ਼ ਹੋ ਗਿਆ, ਠੀਕ ਹੈ। ਇਸ ਤਰੀਕੇ ਦੇ ਨਾਲ ਅੱਗੇ ਉਹ ਗੱਲ ਕਰਦੇ ਆ ਔਰ ਬਿਟਵੀਨ ਕਲੌਜ਼ਿਸ ਜਿਹੜੇ ਹੁੰਦੇ ਆ ਕਲੌਜ਼ਿਸ ਦੇ ਵਿਚਕਾਰ ਵੀ ਜਿਹੜੇ ਆ ਕੰਜੰਕਸ਼ਨਸ ਆ ਸਕਦੇ ਆ। ਵਰਡਸ ਦੇ ਵਿੱਚ ਆ ਸਕਦੇ, ਕਲੌਜ਼ਿਸ ਦੇ ਵਿਚਕਾਰ ਆ ਸਕਦੇ ਆ, ਜਾਂ ਫਿਰ ਸੈਂਟੈਂਸ ਦੀ ਸਟਾਰਟਿੰਗ ਦੇ ਵਿੱਚ ਆ ਸਕਦੇ ਆ, ਠੀਕ ਹੈ। ਹੁਣ ਕੰਜੰਕਸ਼ਨਸ ਦੀਆਂ ਬੱਚੇ ਤਿੰਨ ਟਾਈਪਸ ਹੁੰਦੀਆਂ ਆ। ਫਸਟ ਆਰ ਦਾ ਕੋਆਰਡੀਨੇਟਿੰਗ ਕਲੌਜ਼ਿਸ, ਸੈਕਿੰਡ ਇਜ਼ ਸਬਆਰਡੀਨੇਟਿੰਗ ਕਲੌਜ਼ਿਸ ਐਂਡ ਦ ਲਾਸਟ ਇਜ਼ ਕੋਰਿਲੇਟਿਵ ਕਲੌਜ਼ਿਸ, ਠੀਕ ਹੈ। ਥ੍ਰੀ ਟਾਈਪਸ ਹੋ ਗਈਆਂ, ਕੋਆਰਡੀਨੇਟਿੰਗ, ਸਬਆਰਡੀਨੇਟਿੰਗ ਐਂਡ ਕੋਰਿਲੇਟਿਵ ਕਲੌਜ਼ਿਸ। ਥ੍ਰੀ ਟਾਈਪਸ ਹੋ ਗਈਆਂ, ਠੀਕ ਹੈ। ਕੀ ਪੜ੍ਹਿਆ? ਕੰਜੰਕਸ਼ਨਸ ਜਿਹੜੇ ਉਹਨਾਂ ਨੂੰ ਆਪਾਂ ਜੁਆਇਨਿੰਗ ਵਰਡਸ, ਲਿੰਕਰਸ, ਕਨੈਕਟਰਸ ਕਹਿ ਦਿੰਦੇ ਹਾਂ। ਵਰਡਸ ਨੂੰ ਫਰੇਜ਼ਿਸ ਅਤੇ ਕਲੌਜ਼ਿਸ ਨੂੰ ਜੁਆਇਨ ਕਰਦੇ ਆ, ਠੀਕ ਹੈ। ਵਰਡਸ ਸ਼ਬਦ ਹੁੰਦੇ ਆ, ਕਲੌਜ਼ਿਸ ਜਿਹੜੇ ਹੁੰਦੇ ਆ ਸੈਂਟੈਂਸ ਦਾ ਇੱਕ ਹਿੱਸਾ ਹੁੰਦਾ ਬਟ ਮੀਨਿੰਗ ਕੰਪਲੀਟ ਨਹੀਂ ਕਰਦੇ। ਫੋਰ ਐਗਜ਼ਾਮਪਲ ਇਨ ਦਾ ਪਾਰਕ ਅਗਰ ਮੈਂ ਲਿਖਾਂ, ਠੀਕ ਹੈ, ਇਹ ਇੱਕ ਫਰੇਜ਼ ਆ, ਕੰਪਲੀਟ ਮੀਨਿੰਗ ਨਹੀਂ ਦੇ ਰਿਹਾ, ਨਾ ਇਹਦਾ ਕੋਈ ਸਬਜੈਕਟ ਹੈਗਾ ਆ ਅਤੇ ਨਾ ਕੁਛ ਹੋਰ ਹੈਗਾ ਆ, ਠੀਕ ਹੈ। ਵਰਬ ਵੀ ਨਹੀਂ ਹੈਗੀ, ਸਿੰਪਲੀ ਇੱਕ ਜਿੱਦਾਂ ਪ੍ਰੈਡੀਕੇਟ ਦਾ ਇੱਕ ਲਾਸਟ ਵਾਲਾ ਹਿੱਸਾ ਹੁੰਦਾ ਉਹ ਹੁੰਦਾ ਆ ਤੁਹਾਡਾ ਫਰੇਜ਼, ਠੀਕ ਹੈ। ਕਲੌਜ਼ਿਸ ਜਿਹੜੇ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਹੁੰਦਾ ਆ ਮੇਨ ਅਤੇ ਇੱਕ ਹੁੰਦਾ ਆ ਡਿਪੈਂਡੈਂਟ ਕਲੌਜ਼, ਠੀਕ ਹੈ। ਡਿਪੈਂਡੈਂਟ ਕਲੌਜ਼ ਹੁੰਦਾ ਆ ਇਹ ਆਪਣਾ ਕੰਪਲੀਟ ਮੀਨਿੰਗ ਇਕੱਲਿਆਂ ਦੇ ਦਿੰਦਾ ਆ ਅਤੇ ਜਦ ਕਿ ਇਹਨੂੰ ਇਹਦੇ ਉੱਪਰ ਨਿਰਭਰ ਰਹਿਣਾ ਪੈਂਦਾ ਆ ਆਪਣਾ ਮੀਨਿੰਗ ਨੂੰ ਕੰਪਲੀਟ ਕਰਨ ਦੇ ਲਈ, ਠੀਕ ਹੈ। ਕਲੌਜ਼ਿਸ ਜਿਹੜੇ ਹੁੰਦੇ ਆ ਸੈਂਟੈਂਸ ਦੀ ਤਰ੍ਹਾਂ ਹੁੰਦੇ ਆ ਬਟ ਇਹਨੂੰ ਸੈਂਟੈਂਸ ਕੰਸੀਡਰ ਨਹੀਂ ਕਰ ਸਕਦੇ। ਸਬਜੈਕਟ ਪ੍ਰੈਡੀਕੇਟ ਦੋਵੇਂ ਹੁੰਦੇ ਆ ਬਟ ਇਟ ਇਜ਼ ਨਾਟ ਕੰਪਲੀਟਲੀ ਮੀਨਿੰਗਫੁਲ, ਆਲਰਾਈਟ, ਠੀਕ ਹੈ। ਨੈਕਸਟ ਆਪਾਂ ਪੜ੍ਹਿਆ ਆ ਕਿ ਜਿਹੜੇ ਕੰਜੰਕਸ਼ਨਸ ਆ ਸੈਂਟੈਂਸ ਦੇ ਵਿਚਕਾਰ ਵੀ ਆ ਸਕਦੇ ਆ, ਵਰਡਸ ਨੂੰ ਜੋੜ ਸਕਦੇ ਆ ਬਟ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਸਟਾਰਟਿੰਗ ਦੇ ਵਿੱਚ ਵੀ ਕਈ ਕੰਜੰਕਸ਼ਨਸ ਜਿਹੜੇ ਆ ਉਹ ਆ ਜਾਂਦੇ ਆ, ਠੀਕ ਹੈ। ਇਸ ਤਰੀਕੇ ਨਾਲ ਦੈਨ ਉਹਦੀਆਂ ਟਾਈਪਸ ਪੜ੍ਹੀਆਂ। ਲੈਟਸ ਮੂਵ ਔਨ ਟੂ ਦਾ ਟਾਈਪਸ। ਦ ਫਸਟ ਵਨ ਇਜ਼ ਦਾ ਕੋਆਰਡੀਨੇਟਿੰਗ ਕੰਜੰਕਸ਼ਨਸ। ਕੋਆਰਡੀਨੇਟਿੰਗ ਕੰਜੰਕਸ਼ਨਸ ਜਿਹੜੇ ਕੀ ਹੁੰਦੇ ਆ, ਜੁਆਇਨ ਵਰਡਸ ਕਲੌਜ਼ਿਸ ਆਫ ਇਕੁਅਲ ਰੈਂਕ। ਕਹਿੰਦੇ ਕਿ ਜਿਹੜੇ ਹੁੰਦੇ ਆ ਨਾ ਕੋਆਰਡੀਨੇਟਿੰਗ ਕੰਜੰਕਸ਼ਨਸ, ਇਹ ਦੋ ਵਰਡਸ ਨੂੰ, ਕਲੌਜ਼ਿਸ ਨੂੰ ਜਿਹੜੇ ਇਕੁਅਲ ਰੈਂਕ ਦੇ ਹੁੰਦੇ ਆ, ਠੀਕ ਹੈ, ਉਹਨਾਂ ਨੂੰ ਜਿਹੜਾ ਜੋੜਦੇ ਆ। ਇਟਸ ਕਲੌਜ਼ਿਸ ਆਰ ਮੀਨਿੰਗਫੁਲ ਆਫਟਰ ਬ੍ਰੇਕਿੰਗ ਅਪ। ਜਿਹੜੇ ਹੁਣ ਜਿੱਦਾਂ ਮੰਨ ਲਓ ਕਿ ਦੋ ਕਲੌਜ਼ਿਸ ਨੂੰ ਇਹਨੇ ਕੋਆਰਡੀਨੇਟਿੰਗ ਕਲੌਜ਼ ਨੇ ਜੋੜਿਆ, ਠੀਕ ਹੈ। ਅਗਰ ਇਸ ਕਲੌਜ਼ ਨੂੰ ਆਪਾਂ ਰਿਮੂਵ ਵੀ ਕਰ ਦਾਂਗੇ ਨਾ ਅਤੇ ਇਹ ਵਾਲਾ ਕਲੌਜ਼ ਅਤੇ ਇਹ ਵਾਲਾ ਕਲੌਜ਼ ਇਹ ਦੋਵੇਂ ਜਿਹੜੇ ਆਪਣਾ ਮੀਨਿੰਗ ਜਿਹੜਾ ਕਲੀਅਰ ਰੱਖ ਸਕਦੇ ਆ। ਇਹ ਵੀ ਇਕੱਲਾ ਆ ਸਕਦਾ, ਇਹ ਵੀ ਇਕੱਲਾ ਆ ਸਕਦਾ ਆ ਅਤੇ ਇਹਨਾਂ ਦਾ ਜਿਹੜਾ ਮੀਨਿੰਗ ਹੋਏਗਾ ਨਾ ਪੂਰਾ ਸਹੀ ਹੋਏਗਾ, ਠੀਕ ਹੈ। ਇਹ ਨਹੀਂ ਕਿ ਇਹਨੇ ਦੂਸਰੇ 'ਤੇ ਡਿਪੈਂਡੈਂਟ ਕਰਨਾ, ਜਿੱਦਾਂ ਆਪਾਂ ਪੜ੍ਹਿਆ ਮੇਨ 'ਤੇ ਡਿਪੈਂਡੈਂਟ ਕਲੌਜ਼ ਹੁੰਦੇ, ਠੀਕ ਹੈ। ਇਹ ਦੋਵੇਂ ਆਪਣੇ ਆਪ ਦੇ ਵਿੱਚ ਕੰਪਲੀਟ ਰਹਿੰਦੇ ਆ, ਮੀਨਿੰਗ ਕਲੀਅਰ ਰੱਖਦੇ ਆ, ਠੀਕ ਹੈ। ਇਹਦਾ ਮਤਲਬ ਇਹ ਸੀਗਾ। ਹੁਣ ਕੋਆਰਡੀਨੇਟਿੰਗ ਕੰਜੰਕਸ਼ਨਸ ਨੂੰ ਲਰਨ ਕਰਨ ਦੇ ਲਈ ਨਾ ਇੱਕ ਟ੍ਰਿਕ ਆ, ਦੈਟ ਇਜ਼ ਦਾ ਫੈਨ ਵੋਇਸ।
ਇਹ ਜਿਹੜੇ 7 ਕੰਜੰਕਸ਼ਨਸ ਆ ਮੇਨਲੀ ਇਹੀ ਯੂਜ਼ ਹੁੰਦੇ ਆ ਕੋਆਰਡੀਨੇਟਿੰਗ ਕੰਜੰਕਸ਼ਨਸ ਦੇ ਵਿੱਚ। ਦਾ ਫਸਟ ਵਨ ਇਜ਼ ਫॉर, ਐਂਡ, ਨੋਰ, ਬਟ, ਔਰ, ਯੈਟ ਐਂਡ ਸੋ। ਹੁਣ ਫॉर ਦਾ ਮਤਲਬ ਹੁੰਦਾ ਲਈ, ਲਈ ਯੂਜ਼ਡ ਫॉर ਰੀਜ਼ਨ। ਜਦੋਂ ਆਪਾਂ ਕੋਈ ਚੀਜ਼ ਦਾ ਕਾਰਨ ਦੱਸਣਾ ਹੋਊਗਾ ਨਾ ਉਦੋਂ ਆਪਾਂ ਯੂਜ਼ ਕਰਾਂਗੇ ਫॉर, ਠੀਕ ਹੈ। ਨੈਕਸਟ ਇਜ਼ ਦਾ ਐਂਡ। ਏ ਤੋਂ ਬਣਦਾ ਐਂਡ, ਇਹਦਾ ਮਤਲਬ ਹੁੰਦਾ ਅਤੇ, ਯੂਜ਼ਡ ਫॉर ਐਡੀਸ਼ਨ। ਮਤਲਬ ਕਿ ਕੋਈ ਚੀਜ਼ ਆਪਾਂ ਜਦੋਂ ਐਡ ਅਪ ਕਰਨੀ ਆ, ਠੀਕ ਹੈ, ਜਦੋਂ ਆਪਾਂ ਐਡ ਕਰਨੀ ਕੋਈ ਚੀਜ਼ ਤੇ ਉਦੋਂ ਆਪਾਂ ਯੂਜ਼ ਕਰਦੇ ਆ ਐਂਡ, ਠੀਕ ਹੈ। ਰਾਮ ਐਂਡ ਸ਼ਾਮ ਆਰ ਪਲੇਇੰਗ ਇਨ ਦਾ ਪਾਰਕ, ਠੀਕ ਹੈ, ਐਵੇਂ ਕਰਕੇ। ਨੌਰ ਨਹੀਂ ਤਾਂ, ਨੌਰ ਦਾ ਮਤਲਬ ਹੁੰਦਾ ਕੋਈ ਚੀਜ਼ ਨਹੀਂ ਆ ਜਿਹੜੀ, ਠੀਕ ਹੈ। ਇੱਥੇ ਡਿਸਟੰਕਸ਼ਨ ਦਾ ਮਤਲਬ ਹੁੰਦਾ ਵਾ ਕੋਈ ਚੀਜ਼ ਜਿਹੜੀ ਆ ਜਦੋਂ ਆਪਾਂ ਅਲੱਗ ਕਰ ਦਿੰਦੇ ਹਾਂ, ਠੀਕ ਹੈ, ਉੱਥੇ ਆਪਾਂ ਕਹਿ ਦਿੰਦੇ ਹਾਂ ਡਿਸਜੰਕਸ਼ਨ। ਹੁਣ ਜਿਹੜੀ ਹੁੰਦਾ ਨਾ ਨੌਰ ਵਰਡ, ਇਹ ਜ਼ਿਆਦਾਤਰ ਜਿਹੜੀ ਹੈ ਵਰਬ ਹੁੰਦੀ ਨਾ ਪੋਜ਼ੀਟਿਵ ਵਰਬ ਦੇ ਅੱਗੇ ਆਉਂਦਾ ਆ, ਠੀਕ ਹੈ। ਜਿੱਦਾਂ ਮੈਂ ਕਹਾਂ ਸ਼ੀ ਡਜ਼ ਨੋਟ ਲਾਈਕ ਦੈਮ ਨੌਰ ਜੌਨ ਡਜ਼, ਮਤਲਬ ਕਿ ਉਹ ਉਹਨੂੰ ਪਸੰਦ ਨਹੀਂ ਕਰਦੀ ਅਤੇ ਉਸ ਦੇ ਨਾਲ ਨਾਲ ਜੌਨ ਵੀ ਨਹੀਂ ਕਰਦਾ, ਨਹੀਂ ਜਾਂ ਨਹੀਂ, ਠੀਕ ਹੈ। ਕੁਝ ਵੀ ਆਪਾਂ ਨਾ ਹੀ, ਨੌਰ ਦਾ ਮਤਲਬ ਇੱਥੇ ਇਹੀ ਹੁੰਦਾ ਆ। ਇਕੱਲਾ ਸਿੰਪਲੀ ਤੁਸੀਂ ਨਾ ਵੀ ਇਹਨੂੰ ਕਹਿ ਸਕਦੇ ਹੋ, ਮਤਲਬ ਨੈਗੇਟਿਵ ਸੈਂਸ ਦੇ ਵਿੱਚ ਆਪਾਂ ਨੌਰ ਵਰਡ ਜਿਹੜਾ ਯੂਜ਼ ਕਰ ਸਕਦੇ ਹਾਂ, ਠੀਕ ਹੈ। ਨੈਕਸਟ ਇਜ਼ ਦਾ ਬਟ। ਬਟ ਦਾ ਮਤਲਬ ਤਾਂ ਤੁਹਾਨੂੰ ਪਤਾ ਹੀ ਹੋਣਾ ਸਾਰਿਆਂ ਨੂੰ, ਜਿਹਨੂੰ ਆਪਾਂ ਪੰਜਾਬੀ 'ਚ ਪਰ ਕਹਿ ਦਿੰਦੇ ਹਾਂ। ਕੰਟਰਾਸਟ, ਜਦੋਂ ਕੋਈ ਸਿਚੁਏਸ਼ਨ ਉਲਟ ਹੋਵੇ ਨਾ ਉਦੋਂ ਆਪਾਂ ਯੂਜ਼ ਕਰਨਾ ਆ ਬਟ, ਠੀਕ ਹੈ। ਅੱਗੇ ਹੈਗਾ ਆ ਔਰ। ਔਰ ਹੁੰਦਾ ਜਾਂ, ਯੂਜ਼ਡ ਫॉर ਆਪਸ਼ਨ। ਜਦੋਂ ਸਾਡੇ ਸਾਹਮਣੇ ਦੋ ਚੀਜ਼ਾਂ ਪਈਆਂ ਆ ਜਾਂ ਦੋ ਸਿਚੁਏਸ਼ਨ ਜਾਂ ਦੋ ਹਾਲਾਤ ਪਏ ਆ ਉਹਨਾਂ 'ਚ ਆਪਾਂ ਕੀ ਕਰਨਾ ਆ, ਔਰ ਲਗਾ ਦੇਣਾ, ਠੀਕ ਹੈ। ਕੁਐਸਚਨ ਪੇਪਰ ਦੇ ਵਿੱਚ ਤੁਹਾਨੂੰ ਜਿੱਦਾਂ ਦੋ ਸਟੇਟਮੈਂਟਸ ਦਿੱਤੀਆਂ ਹੁੰਦੀਆਂ ਔਰ ਲਿਖਿਆ ਹੁੰਦਾ ਨਾ, ਜਾਂ ਕਰ ਲਓ ਜਾਂ ਕਰ ਲਓ, ਠੀਕ ਹੈ, ਉਸ ਤਰੀਕੇ ਨਾਲ ਔਰ ਯੂਜ਼ ਹੁੰਦਾ। ਯੈਟ। ਯੈਟ ਦਾ ਮਤਲਬ ਹੁੰਦਾ ਪਰ ਜਾਂ ਫਿਰ ਵੀ, ਯੂਜ਼ਡ ਫॉर ਕੰਟਰਾਸਟ। ਸਿਮਿਲਰਲੀ ਕੋਈ ਚੀਜ਼ ਉਲਟ ਵਾ ਨਾ ਉਹਦੇ, ਜਿੱਦਾਂ ਮੰਨ ਲਓ ਕਿ ਸ਼ੀ ਟਰਾਈਜ਼ ਆਲ ਹਿਜ਼ ਟ੍ਰਿਕਸ, ਮਤਲਬ ਕਿ ਉਹਨੇ ਉਹਦੀਆਂ ਸਾਰੀਆਂ ਟ੍ਰਿਕਸ ਟਰਾਈ ਕੀਤੀਆਂ ਬਟ ਸ਼ੀ ਫੇਲਡ, ਪਰ ਫਿਰ ਵੀ ਉਹ ਹਾਰ ਗਈ। ਯੈਟ ਸ਼ੀ ਫੇਲਡ ਜਾਂ ਬਟ ਸ਼ੀ ਫੇਲਡ, ਯੈਟ ਅਤੇ ਬਟ ਦੋਵੇਂ ਕੰਟਰਾਸਟ ਨੂੰ ਸ਼ੋ ਕਰਦੇ, ਇੱਕ ਦੂਜੇ ਦੀ ਜਗ੍ਹਾ ਯੂਜ਼ ਹੋ ਜਾਂਦੇ ਆ, ਠੀਕ ਹੈ। ਯੈਟ ਵੀ ਆ ਸਕਦਾ ਅਤੇ ਬਟ ਵੀ ਆ ਸਕਦਾ, ਮਤਲਬ ਇਹ ਦੋਵੇਂ ਚੀਜ਼ਾਂ ਕੰਟਰਾਸਟ ਸ਼ੋ ਕਰ ਰਹੀਆਂ ਆ, ਠੀਕ ਹੈ, ਅਤੇ ਉਹਦਾ ਮਤਲਬ ਵੀ ਸਿਮਿਲਰ ਹੋ ਜਾਂਦਾ ਫਿਰ। ਨੈਕਸਟ ਇਜ਼ ਦਾ ਸੋ। ਸੋ ਦਾ ਮਤਲਬ ਹੈ ਤੁਹਾਨੂੰ ਵੀ ਪਤਾ ਆ, ਸੋ ਇਸ ਕਰਕੇ ਪੰਜਾਬੀ 'ਚ ਵੀ ਆਪਾਂ ਸੋ ਹੀ ਕਹਿ ਦਿੰਦੇ ਹਾਂ, ਠੀਕ ਹੈ। ਯੂਜ਼ ਫॉर ਰਿਜ਼ਲਟ, ਜਦੋਂ ਕਿਸੇ ਚੀਜ਼ ਦਾ ਰਿਜ਼ਲਟ ਸਾਨੂੰ ਪਤਾ ਲੱਗਦਾ ਉਦੋਂ, ਠੀਕ ਹੈ, ਜਾਂ ਆਪਾਂ ਰਿਜ਼ਲਟ ਦੱਸਣਾ ਹੋਵੇ, ਠੀਕ ਹੈ। ਇਸ ਤਰੀਕੇ ਦੇ ਨਾਲ ਇਹ ਵਾਲੇ ਜਿਹੜੇ ਫੈਨ ਬॉयज़ ਵਾਲੇ ਜਿਹੜੇ ਕੰਜੰਕਸ਼ਨਸ ਆ ਇਹਨਾਂ ਨੂੰ ਯਾਦ ਕਰ ਸਕਦੇ ਹੋ। ਐਗਜ਼ਾਮਪਲ ਜਿੱਦਾਂ ਹੈਗੀ ਆ, ਸ਼ੀ ਇਜ਼ ਵੈਰੀ ਹੈਲਦੀ ਐਂਡ ਐਕਟਿਵ, ਐਂਡ ਐਕਟਿਵ, ਠੀਕ ਹੈ। ਐਂਡ ਇੱਕ ਕੰਜੰਕਸ਼ਨ ਆ ਜਿਹਨੇ ਇਹਨਾਂ ਦੋ ਵਰਡਸ ਨੂੰ ਐਡ ਕੀਤਾ। ਅੱਛਾ, ਇੱਕ ਚੀਜ਼ ਉੱਪਰ ਪੁਆਇੰਟ ਦੇ ਵਿੱਚ ਰਹਿ ਗਈ ਕਲੀਅਰ ਕਰਨ ਵਾਲੀ, ਜੁਆਇਨ ਟੂ ਵਰਡਸ ਕਲੌਜ਼ਸ ਆਫ ਇਕੁਅਲ ਰੈਂਕ। ਬੱਚੇ ਇੱਥੇ ਇਕੁਅਲ ਰੈਂਕ ਦਾ ਮਤਲਬ ਪਤਾ ਕੀ ਆ, ਗ੍ਰਾਮਰ ਜਿਹੜੀ ਆ ਨਾ, ਗ੍ਰਾਮਰ ਦੇ ਵਿੱਚ ਤੋਂ ਤੁਸੀਂ ਕੀ ਆ, ਨਾਊਨ ਪੜ੍ਹਿਆ, ਐਡਜੈਕਟਿਵ, ਐਡਵਰਬ, ਕਈ ਚੀਜ਼ਾਂ ਪੜ੍ਹੀਆਂ, ਠੀਕ ਹੈ। ਉਹ ਰੈਂਕ ਦੀ ਗੱਲ ਕਰਦੇ ਪਏ ਆ। ਹੁਣ ਜਿੱਦਾਂ ਆਹ ਸੈਂਟੈਂਸ ਵਿੱਚ ਲਿਖਿਆ ਵਾ ਹੈਲਦੀ ਐਂਡ ਐਕਟਿਵ, ਇੱਥੋਂ ਪਤਾ ਚੱਲਦਾ ਪਿਆ ਆ ਐਡਜੈਕਟਿਵ ਯਾਨੀ ਵਿਸ਼ੇਸ਼ਤਾ ਦਾ, ਕਿ ਕੋਈ ਚੀਜ਼ ਹੈਲਦੀ ਵੀ ਆ ਅਤੇ ਐਕਟਿਵ ਵੀ ਆ, ਯਾਨੀ ਦੋ ਐਡਜੈਕਟਿਵਸ ਜੁੜੇ ਹੋਏ ਆ, ਠੀਕ ਹੈ। ਜਿੱਦਾਂ ਹੁਣ ਸੈਂਟੈਂਸ ਮੈਂ ਬੋਲਾਂ, ਹੀ ਵਰਕਡ ਹਾਰਡ ਐਂਡ ਪਾਸਡ, ਵਰਕਡ ਕੀਤਾ ਗਿਆ ਯਾਨੀ ਵਰਕਿੰਗ ਜਿਹੜੀ ਹਾਰਡ ਕੀਤੀ ਗਈ, ਇੱਕ ਕੰਮ ਕੀਤਾ ਗਿਆ, ਅਤੇ ਪਾਸਡ ਯਾਨੀ ਦੋ ਵਰਬਸ ਜਿਹੜੀਆਂ ਉਹਨਾਂ ਨੂੰ ਆਪਸ 'ਚ ਜੋੜ ਦਿੱਤਾ ਗਿਆ। ਇਕੁਅਲ ਰੈਂਕ ਦਾ ਮਤਲਬ ਇੱਥੇ ਇਹ ਹੈ ਕਿ ਵਰਬਸ ਨੂੰ ਜੋੜਨਾ, ਐਡਜੈਕਟਿਵਸ ਨੂੰ ਜੋੜਨਾ, ਨਾਊਨਸ ਨੂੰ ਜੋੜਨਾ। ਰਾਮ ਐਂਡ ਸ਼ਾਮ ਆਰ ਪਲੇਇੰਗ, ਠੀਕ ਹੈ, ਯਾਨੀ ਦੋ ਨਾਊਨਸ ਜੁੜ ਗਏ ਐਂਡ ਦੇ ਨਾਲ, ਠੀਕ ਹੈ। ਇੱਥੇ ਇਹਦਾ ਮਤਲਬ ਇਕੁਅਲ ਰੈਂਕ ਦਾ ਇਹ ਵਾਲਾ ਆ, ਯਾਨੀ ਗ੍ਰਾਮਰ ਦੀ ਸੈਂਸ ਵਿੱਚ, ਠੀਕ ਹੈ। ਐਂਡ ਦਿਸ ਇਜ਼ ਆਲ ਅਬਾਊਟ ਦਾ coordinating conjunctions. Next is the subordinating conjunctions. What are subordinating conjunctions? Join main and subordinating clauses. Subordinating ਦਾ ਮਤਲਬ ਹੁੰਦਾ ਵਾ ਜਿਹੜੀ ਚੀਜ਼ ਇੱਕ ਸੁਪੀਰੀਅਰ ਚੀਜ਼ ਤੋਂ ਥੋੜ੍ਹੀ ਨੀਚੇ ਵਾਲੀ ਹੁੰਦੀ ਆ, ਠੀਕ ਹੈ। ਇੱਥੇ ਗੱਲ ਕਰਦੇ ਪਏ ਆ ਕਿ ਇਹ ਮੇਨ ਕਲੌਜ਼ ਅਤੇ ਸਬਆਰਡੀਨੇਟਿੰਗ ਕਲੌਜ਼ ਜਿਹੜਾ ਹੁੰਦਾ ਇਹਨਾਂ ਦੋਵਾਂ ਨੂੰ ਜੋੜਦੇ ਆ, ਠੀਕ ਹੈ। ਤੁਹਾਨੂੰ ਮੈਂ ਕਲੌਜ਼ ਦਾ ਪਹਿਲਾਂ ਵੀ ਦੱਸਿਆ ਵਾ ਕਿ ਇਹਦੇ ਵਿੱਚ ਇੱਕ ਸਬਜੈਕਟ ਅਤੇ ਪ੍ਰੈਡੀਕੇਟ ਦੋਵੇਂ ਹੁੰਦੇ ਆ, ਠੀਕ ਹੈ। ਸਬਜੈਕਟ ਕੰਮ ਕਰਨ ਵਾਲਾ ਅਤੇ ਬਾਕੀ ਬਚਦਾ ਹਿੱਸਾ ਜਿਹੜਾ ਇਨਫੋਰਮੇਸ਼ਨ ਦਿੰਦਾ ਐਕਸ਼ਨ ਬਾਰੇ, ਉਹ ਤੁਹਾਡਾ ਪ੍ਰੈਡੀਕੇਟ ਹੁੰਦਾ ਆ, ਠੀਕ ਹੈ। ਸਬਜੈਕਟ ਪ੍ਰੈਡੀਕੇਟ ਦੋਵੇਂ ਹੁੰਦੇ ਆ, ਬਟ ਕੁਝ ਹੱਦ ਤੱਕ ਇਹ ਮੀਨਿੰਗਫੁਲ ਨਹੀਂ ਹੁੰਦਾ, ਠੀਕ ਹੈ। ਮੀਨਿੰਗਫੁਲ ਜਿਹੜਾ ਇਟਸ ਨੋਟ ਮੀਨਿੰਗਫੁਲ, ਠੀਕ ਹੈ। ਹੁਣ ਸੈਂਟੈਂਸ ਦਾ ਹਿੱਸਾ ਹੁੰਦਾ ਸਬਜੈਕਟ ਪ੍ਰੈਡੀਕੇਟ ਹੁੰਦਾ, ਬਟ ਜਿਹੜਾ ਮੀਨਿੰਗ ਪੂਰਾ ਕੰਪਲੀਟ ਨਹੀਂ ਦੇ ਪਾਉਂਦਾ। ਕਿਉਂ ਨਹੀਂ ਦੇ ਪਾਉਂਦਾ?
दो दी गल कीती है, एक मेन क्लॉज एक सबऑर्डिनेटिंग क्लॉज। मेन क्लॉज अपना क्लीयर कर दिंदा आ मीनिंग, बट सबऑर्डिनेटिंग क्लॉज नहीं कर पाਉਂਦਾ। सबऑर्डिनेटिंग का मतलब मैं तुहानूं पहलां भी दस्सिआ, जिहड़ा सुपीरीयर ना होवे, थोड़ा सुपीरीयर तो नीचे वाले जिहड़ा रैंक हुंदा ओह हुंदा आ, ठीक है। हुण अगर मैं एग्जाम्पल तुहानूं देवां, ही फेल्ड बिकॉज ही डिड नॉट वर्क हार्ड। ही फेल्ड जिहड़ा वा ना ओह तुहाडा मेन क्लॉज आ कि मतलब ओह फेल हो गया, ठीक है। क्यों फेल हो गया? बिकॉज ही डिड नॉट वर्क हार्ड। मतलब आह वाली चीज़ जिथों बिकॉज स्टार्ट होंदा, क्योंकि उन्हें काम, जिद्दां मैं तुहानूं कहां क्योंकि उन्हें हार्ड वर्क नहीं कीता, तुहानूं जे मैं इन्नी की गल कहां तुहानूं समझ नहीं आनी, ठीक है। तो जे मैं सीधा तुहानूं इन्नी गल कह दां कि वो फेल हो गया, वो चीज़ तुहानूं क्लीयर हो जानी आ। मतलब यही आ कि जिहड़ा बिकॉज वर्ड आ ना, कंजक्शन जिहड़ा वा वो इन्हां नूं जोड़ के कंप्लीट एक सेंटेंस बना रहा आ। मेन क्लॉज ने अपना मीनिंग ही फेल्ड क्लीयर कर देना आ, बट जे मैं कल्ला तुहानूं बोलां बिकॉज ही डिड नॉट वर्क हार्ड, वो तुहानूं समझ नहीं आना। यही दो चीज़ां जिहड़ियां वा सबऑर्डिनेटिंग क्लॉज ते मेन क्लॉज दे विच हुंदियां आ, ठीक है। मेन क्लॉज नूं आपां प्रिंसीपल क्लॉज भी कह दिंदे आ, सबऑर्डिनेटिंग क्लॉज नूं सबऑर्डिनेटिंग कह सकदे आ या डिपेंडेंट क्लॉज कह सकदे आ, ठीक है। अगे पॉइंट अगे गल करते हैं आपां, उन्होंने क्या है, क्लॉजिज कांट स्टैंड अलोन आर ऑफ अनईक्वल रैंक। मतलब अनईक्वल रैंक का मतलब ग्रैमर दे विच जिहड़े मैं तुहानूं अगे भी दस्सिआ वा कि एक दे विच जिद्दां वर्ब हैगी आ ते अगले दे विच कुछ ना कुछ जिहड़ा वा वो नहीं होऊगा। जिद्दां इह च ही फेल्ड विच सबजैक्ट वा ते वर्ब आ, ठीक है। अगे जाके वेखीए ते ऑबजैक्ट नहीं हुंदा हैगा, वो ऑबजैक्ट जिहड़ा जाके अगे हुंदा आ, ठीक है। कहंदे क्लॉजिज जिहड़े आ ਉਹ ਅਲੋਨਲੀ ਸਟੈਂਡ ਨਹੀਂ ਕਰ ਸਕਦੇ, ਮਤਲਬ ਇਕੱਲੇ ਸਟੈਂਡ ਨਹੀਂ ਕਰ ਸਕਦੇ ਹੈਗੇ ਅਤੇ ਅਨਈਕੁਅਲ ਰੈਂਕ ਦੇ ਹੁੰਦੇ ਗ੍ਰਾਮੈਟੀਕਲੀ, ਠੀਕ ਹੈ। ਜਿਹੜੀ ਚੀਜ਼ ਮੇਨ ਕਲੌਜ਼ 'ਚ ਹੋਊਗੀ ਉਹ ਜਿਹੜੀ ਆ ਸਬऑर्डिनेटिंग 'ਚ ਨਹੀਂ ਹੋਊਗੀ, ਜੋ सबऑर्डिनेटिंग ਕਲੌਜ਼ 'ਚ ਹੋਊਗੀ ਮੇਨ ਕਲੌਜ਼ 'ਚ ਨਹੀਂ ਹੋਊਗੀ। ਬਟ ਸਟਿਲ ਫਿਰ ਵੀ ਮੇਨ ਕਲੌਜ਼ ਆਪਣੀ ਗੱਲ ਕਲੀਅਰ ਕਰ ਦਿੰਦਾ ਆ, ਜਦ ਕਿ ਜਿਹੜਾ ਦੂਸਰਾ ਹੁੰਦਾ ਉਹ ਨਹੀਂ ਕਰ ਪਾਉਂਦਾ। ਸੋ ਕਹਿਣ ਦਾ ਮਤਲਬ ਕਿ ਕਲੌਜ਼ਿਸ ਜਿਹੜੇ ਆ ਉਹ ਇਕੱਲੇ ਨਹੀਂ ਆ ਸਕਦੇ, ਆਪਣਾ ਮੀਨਿੰਗ ਇਕੱਲਾ ਕਲੀਅਰ ਨਹੀਂ ਕਰ ਸਕਦੇ, ਠੀਕ ਹੈ। ਓਨਲੀ ਮੇਨ ਕਲੌਜ਼ ਇਜ਼ ਮੀਨਿੰਗਫੁਲ। ਬਸ ਉਹੀ ਗੱਲ ਆ ਗਈ ਕਿ ਮੇਨ ਕਲੌਜ਼ ਹੀ ਮੀਨਿੰਗਫੁਲ ਹੋਊਗਾ ਭਾਵੇਂ ਉਹ ਇਕੱਲਾ ਆ ਜੇ, ਪਰ ਕਹਿੰਦੇ ਜਿਹੜਾ सबऑर्डिनेटिंग क्लॉज आ ਉਹ ਜਿਹੜਾ ਵਾ ਆਪਣਾ ਇਕੱਲਾ ਨਹੀਂ ਆ ਸਕਦਾ, ਆਪਣਾ ਮੀਨਿੰਗ ਕਲੀਅਰ ਆ ਕੇ ਇਕੱਲਾ ਨਹੀਂ ਕਲੀਅਰ ਕਰ ਸਕਦਾ, ਠੀਕ ਹੈ। ਹੁਣ ਅੱਗੇ ਜਿਹੜੇ ਦਿੱਤੇ ਹੋਏ ਆ ਨਾ, ਫਸਟ ਹੈਗਾ ਆ ਕੰਡੀਸ਼ਨ ਦੇ ਹਿਸਾਬ ਨਾਲ ਕਿਹੜੇ सबऑर्डिनेटिंग क्लॉज ਹੁੰਦੇ ਆ। ਕੰਡੀਸ਼ਨ ਦਾ ਮਤਲਬ ਹੁੰਦਾ ਜਦੋਂ ਕੋਈ ਸ਼ਰਤ ਰੱਖੀ ਜਾਂਦੀ ਆ ਕਿਸੇ ਸਿਚੁਏਸ਼ਨ 'ਚ। ਇਫ ਦਾ ਮਤਲਬ ਹੁੰਦਾ ਜੇ, ਠੀਕ ਹੈ। ਜਿੱਦਾਂ ਮੈਂ ਐਗਜ਼ਾਮਪਲ ਦੇਵਾਂ, ਇਫ ਯੂ ਗੋ ਦੇਅਰ ਇਨ ਟਾਈਮ ਹੀ ਵਿਲ ਮੀਟ ਯੂ, ਕਿ ਅਗਰ ਤੁਸੀਂ ਟਾਈਮ ਨਾਲ ਉੱਥੇ ਜੇ ਤੁਸੀਂ ਟਾਈਮ ਨਾਲ ਉੱਥੇ ਜਾਓਗੇ ਤਾਂ ਸ਼ਾਇਦ ਉਹ ਤੁਹਾਨੂੰ ਮਿਲ ਪਵੇ, ਇਫ ਦਾ ਮਤਲਬ, ਠੀਕ ਹੈ। ਅਨਲੈਸ ਦਾ ਜੇ, ਅਨਲੈਸ ਆਪਾਂ ਉਦੋਂ ਲਗਾਉਂਦੇ ਹਾਂ, ਵੈਸੇ ਇਹਦਾ ਮੀਨਿੰਗ ਹੁੰਦਾ ਜੇ ਨਹੀਂ, ਠੀਕ ਹੈ। ਅਨਲੈਸ ਉਦੋਂ ਲਗਾਇਆ ਜਾਂਦਾ ਵਾ ਜਦੋਂ ਦੋਵੇਂ ਸਿਚੁਏਸ਼ਨਸ ਜਿਹੜੀਆਂ ਵਾ ਡਿਫਰੈਂਟ ਹੋਣ। ਅਨਲੈਸ ਸ਼ੀ ਵਰਕਡ ਹਾਰਡ ਸ਼ੀ ਵਿਲ ਨਾਟ ਪਾਸ, ਮਤਲਬ ਕਿ ਉਹ ਜਿਹੜੀ ਆ ਜਿੰਨਾ ਚਿਰ ਵਰਕ ਹਾਰਡ ਨਹੀਂ ਕਰੇਗੀ ਉਹ ਪਾਸ ਨਹੀਂ ਹੋਵੇਗੀ, ਠੀਕ ਹੈ। ਨੈਕਸਟ ਹੈਗਾ ਕੰਪੈਰੀਜ਼ਨ। ਕੰਪੈਰੀਜ਼ਨ ਦਾ ਮਤਲਬ ਹੁੰਦਾ ਆ ਕਿ ਕਿਸੇ ਦੋ ਚੀਜ਼ਾਂ ਨੂੰ ਕੰਪੇਅਰ ਕਰਨਾ, ਤੁਲਨਾ ਕਰਨੀ, ਠੀਕ ਹੈ। ਨੋਟ ਸੋ ਅਤੇ ਅੱਗੇ ਕੁਛ ਆਪਾਂ ਲਿਖਾਂਗੇ ਅਤੇ ਫਿਰ ਐਜ਼ ਲਾਵਾਂਗੇ, ਠੀਕ ਹੈ। ਇਹ ਜਿਹੜੀਆਂ ਮਤਲਬ ਜਿਹੜੇ ਮੈਂ ਡੋਟ ਲਗਾਏ ਇਹਨਾਂ ਦਾ ਮਤਲਬ ਬਲੈਂਕ ਆ, ਯਾਨੀ ਇੱਥੇ ਕੁਛ ਵਰਡ ਪਹਿਲਾਂ ਆਊਗਾ ਫਿਰ ਜਾ ਕੇ ਐਜ਼ ਲੱਗੂਗਾ। ਨੋਟ ਸੋ ਐਜ਼, ਠੀਕ ਹੈ। ਜਿੱਦਾਂ ਮੈਂ ਨਾ ਉਹਦੇ ਜਿੰਨੀ ਗੱਲ ਨਹੀਂ ਹੈਗੀ, ਜਿੱਦਾਂ ਮੈਂ ਕਹਾਂ ਉਹ ਚੀਜ਼ ਇੱਥੇ ਆ ਜਾਂਦੀ ਨੋਟ ਸੋ ਐਜ਼। ਐਜ਼ ਡੈਸ਼ ਐਜ਼, ਜਿੱਦਾਂ ਮੈਂ ਕਹਾਂ ਐਜ਼ ਇੰਟੈਲੀਜੈਂਟ ਐਜ਼, ਠੀਕ ਹੈ, ਕਿ ਇੱਕ ਇੰਟੈਲੀਜੈਂਟ ਆ ਅਤੇ ਦੂਜਾ ਉਹਦੇ ਤਰੀਕੇ ਨਾਲ ਇੰਟੈਲੀਜੈਂਟ ਆ। ਸ਼ੀ ਇਜ਼ ਐਜ਼ ਇੰਟੈਲੀਜੈਂਟ ਐਜ਼ ਹਰ ਬ੍ਰਦਰ, ਕਿ ਉਹ ਜਿੱਦਾਂ ਉਹਦਾ ਬ੍ਰਦਰ ਇੰਟੈਲੀਜੈਂਟ ਉੱਦਾਂ ਉਹ ਇੰਟੈਲੀਜੈਂਟ ਆ। ਦੈਨ ਦਾ ਤਾਂ ਤੁਹਾਨੂੰ ਪਤਾ ਹੀ ਆ ਤੋਂ, ਠੀਕ ਹੈ, ਮਤਲਬ ਜਦੋਂ ਆਪਾਂ ਤੁਲਨਾ ਕਰਦੇ ਹਾਂ, ਠੀਕ ਹੈ। ਸ਼ੀ ਇਜ਼ ਟੋਲਰ ਦੈਨ ਮੀ, ਇੱਦਾਂ ਕਰਕੇ। ਕੰਟਰਾਸਟ ਜਿਹੜਾ ਹੁੰਦਾ ਨਾ, ਕੰਟਰਾਸਟ ਦਾ ਤੁਹਾਨੂੰ ਪਤਾ ਕਿ ਜਦੋਂ ਦੂਸਰੇ ਦੀ ਚੀਜ਼ ਉਲਟ ਹੁੰਦੀ ਆ, ਠੀਕ ਹੈ। ਆਲਦੋ ਯੈਟ ਦਾ ਮਤਲਬ, ਆਲਦੋ ਮਤਲਬ ਭਾਵੇਂ, ਯੈਟ ਦਾ ਮਤਲਬ ਫਿਰ ਵੀ, ਈਵਨ ਦੋ ਦਾ ਮਤਲਬ ਬਾਵਜੂਦ। ਮੈਂ ਜਿੱਦਾਂ ਕਹਾਂ ਇਸ ਦੇ ਬਾਵਜੂਦ ਵੀ ਉਹ ਇਹ ਕੰਮ ਨਹੀਂ ਕਰ ਪਾਇਆ, ਈਵਨ ਦੋ, ਠੀਕ ਹੈ। ਈਵਨ ਇਫ, ਫਿਰ ਵੀ ਜੇ, ਠੀਕ ਹੈ। ਨੈਕਸਟ ਜਦੋਂ ਆਪਾਂ ਕੋਈ ਕਾਰਨ ਦੱਸਣਾ ਹੋਵੇ ਉਦੋਂ ਜਿਹੜੇ ਕੰਜੰਕਸ਼ਨ ਯੂਜ਼ ਹੁੰਦੇ ਆ ਉਹ ਹੁੰਦੇ ਆ ਬਿਕੋਜ਼, ਜਿਹਦਾ ਮਤਲਬ ਹੁੰਦਾ ਕਿਉਂਕਿ। ਐਜ਼ ਅਤੇ ਸਿੰਸ ਜਿਹੜੇ ਆ ਨਾ, ਜਦੋਂ ਆਪਾਂ ਰੀਜ਼ਨ ਦੇ ਲਈ ਵਰਤਦੇ ਆ ਨਾ ਸਿੰਸ ਨੂੰ ਟਾਈਮ ਦੇ ਲਈ ਵਰਤੋ ਅਤੇ ਤੋਂ ਮਤਲਬ ਬਣਦਾ ਆ। ਜੇ ਮੈਂ ਰੀਜ਼ਨ ਲਈ ਵਰਤ ਰਹੀ ਹਾਂ ਅਤੇ ਉਹਦਾ ਮਤਲਬ ਜਿਵੇਂ ਬਣਦਾ ਆ, ਠੀਕ ਹੈ। ਅਤੇ ਫੋਰ ਦਾ ਮਤਲਬ ਇੱਥੇ ਕਿਉਂਕਿ ਬਣ ਜਾਣਾ, ਠੀਕ ਹੈ।
ਜਦੋਂ ਵੱਖੋ ਵੱਖਰੇ ਸਿਚੁਏਸ਼ਨ 'ਚ ਆਪਾਂ ਵੱਖੋ ਵੱਖਰੇ ਕੰਜੰਕਸ਼ਨਸ ਨੂੰ ਯੂਜ਼ ਕਰਦੇ ਹਾਂ ਤਾਂ ਉਹਨਾਂ ਦਾ ਮੀਨਿੰਗ ਵੀ ਚੇਂਜ ਹੋ ਜਾਂਦਾ ਆ, ਠੀਕ ਹੈ। ਨੈਕਸਟ ਹੈਗਾ ਪਰਪਸ। ਪਰਪਸ ਦਾ ਮਤਲਬ ਹੁੰਦਾ ਉਦੇਸ਼, ਕਿ ਇਹ ਕੰਮ ਕਿਉਂ ਕੀਤਾ ਗਿਆ, ਠੀਕ ਹੈ। ਸੋ ਦੈਟ ਦਾ ਮਤਲਬ ਹੁੰਦਾ ਤਾਂ ਜੋ। ਇਨ ਆਰਡਰ ਦੈਟ ਦਾ ਮਤਲਬ ਤਾਂ ਕਿ। ਲੈਸਟ ਵਰਡ ਉਦੋਂ ਯੂਜ਼ ਕਰਨਾ ਜਦੋਂ ਤੁਸੀਂ ਕੋਈ ਖਤਰਾ ਜਾਂ ਕੋਈ ਰਿਸਕ ਜਿਹੜਾ ਉਹਨੂੰ ਅਵੋਇਡ ਕਰ ਰਹੇ ਹੋਵੋਗੇ, ਠੀਕ ਹੈ। ਜਿੱਦਾਂ ਮੈਂ ਤੁਹਾਨੂੰ ਐਗਜ਼ਾਮਪਲ ਦੇਵਾਂ, ਹੀ ਵਰਕਡ ਹਾਰਡ ਲੈਸਟ ਹੀ ਸ਼ੁੱਡ ਫੇਲ, ਠੀਕ ਹੈ। ਮਤਲਬ ਕਿ ਉਹਨੂੰ ਵਰਕ ਹਾਰਡ ਕਰਨਾ ਪੈਣਾ, ਨਹੀਂ ਤਾਂ ਉਹ ਫੇਲ ਹੋ ਜਾਏਗਾ, ਠੀਕ ਹੈ। ਇੱਦਾਂ ਇਸ ਤਰੀਕੇ ਦੇ ਨਾਲ। ਜਿੱਦਾਂ ਹੋਰ ਮੈਂ ਕਹਿ ਸਕਦੀ ਹਾਂ, ਡੋਂਟ ਬੀ ਲੇਟ ਲੈਸਟ ਯੂ ਵਿਲ ਬੀ ਫਾਈਨਡ। ਲੇਟ ਨਾ ਹੋਇਓ, ਨਹੀਂ ਤਾਂ ਤੁਹਾਨੂੰ ਫਾਈਨ ਜਿਹੜਾ ਦੇਣਾ ਪਏਗਾ, ਠੀਕ ਹੈ। ਅੱਗੇ ਹੈਗਾ ਰਿਜ਼ਲਟ। ਰਿਜ਼ਲਟ ਦਾ ਮਤਲਬ ਹੁੰਦਾ ਕਿ ਕੀ ਉਹਦਾ ਰਿਜ਼ਲਟ ਨਿਕਲਣਾ ਸਿੱਟਾ, ਕਿ ਕੀ ਕੰਸੀਕੁਐਂਸਿਸ ਹੋਣਗੇ। ਸੋ ਦੈਟ ਮੀਨਸ ਤਾਂ ਜੋ। ਸੱਚ ਦਾ ਮਤਲਬ ਹੁੰਦਾ ਇਵੇਂ ਦੀ ਚੀਜ਼, ਉਵੇਂ ਦੇ ਲੋਕ ਸੱਚ ਉਦੋਂ ਵਰਤਦੇ ਆ, ਅਤੇ ਦੈਟ ਦਾ ਮਤਲਬ ਕੀ ਹੁੰਦਾ ਆ, ਠੀਕ ਹੈ। ਨੈਕਸਟ ਇਜ਼ ਦਾ ਮੈਨਰ। ਮੈਨਰ ਦੇ ਲਈ ਜਿਹੜੇ ਯੂਜ਼ ਕੀਤੇ ਜਾਂਦੇ ਆ, ਦੋ ਹੈਗੇ ਆ, ਐਜ਼ ਐਂਡ ਦ ਅਦਰ ਇਜ਼ ਲਾਈਕ। ਦੋਵਾਂ ਦਾ ਮਤਲਬ ਹੁੰਦਾ ਜਿਵੇਂ, ਠੀਕ ਹੈ। ਨੈਕਸਟ ਇਜ਼ ਪਲੇਸ। ਪਲੇਸ ਦਾ ਮਤਲਬ ਹੁੰਦਾ ਜਗ੍ਹਾ। ਪਲੇਸ ਲਈ ਆਪਾਂ ਦੋ ਵਰਡਸ ਇੱਥੇ ਯੂਜ਼ ਕਰ ਰਹੇ ਹਾਂ, ਵੇਅਰ ਐਵਰ। ਵੇਅਰ ਮੀਨਸ ਕਿੱਥੇ, ਵੇਅਰ ਐਵਰ ਮੀਨਸ ਜਿੱਥੇ ਕਿਤੇ ਵੀ, ਠੀਕ ਹੈ। ਟਾਈਮ ਦੇ ਲਈ ਜਿਹੜੇ ਯੂਜ਼ ਕਰਨੇ, ਵੈਨ, ਆਫਟਰ, ਬਿਫੋਰ। ਇਹਨਾਂ ਦਾ ਮਤਲਬ ਤਾਂ ਤੁਹਾਨੂੰ ਪਤਾ ਹੀ ਆ। ਵਾਈਲ ਦਾ ਮਤਲਬ ਜਦੋਂ, ਵਾਈਲ ਉਦੋਂ ਯੂਜ਼ ਕਰਨਾ ਜਦੋਂ ਦੋ ਐਕਸ਼ਨ ਇੱਕੋ ਸਮੇਂ ਹੋ ਰਹੇ ਹੋਣ, ਠੀਕ ਹੈ। ਅੰਟਿਲ ਉਦੋਂ ਤੱਕ, ਠੀਕ ਹੈ, ਐਕਸੈਕਟਰਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਟਾਈਮ ਨੂੰ ਡੋਨੇਟ ਕਰਦੀਆਂ ਆ। ਨੈਕਸਟ ਆਰ ਦਾ ਕੋਰਿਲੇਟਿਵ ਕੰਜੰਕਸ਼ਨਸ। ਇਟ ਜੁਆਇਨ ਟੂ ਸੈਂਟੈਂਸਿਸ ਔਰ ਫਰੇਜ਼ਿਸ ਇਨ ਅ ਗਰੁੱਪਸ। ਦੋ ਸੈਂਟੈਂਸਿਸ ਜਾਂ ਫਰੇਜ਼ਿਸ ਨੂੰ ਆਪਸ 'ਚ ਜੋੜਦੇ ਆ, ਅਤੇ ਯੂਜ਼ਡ ਇਨ ਪੇਅਰਸ। ਮਤਲਬ ਦੋ ਜਿਹੜੇ ਆ ਨਾ ਵਰਡਸ ਕੰਜੰਕਸ਼ਨਸ, ਉਹ ਇਕੱਠੇ ਹੀ ਆਉਂਦੇ ਪੇਅਰਸ ਵਿੱਚ, ਯਾਨੀ ਪੇਅਰਸ ਮੀਨਸ ਜੋੜਿਆਂ 'ਚ ਆਉਂਦੇ ਆ। ਜਿਵੇਂ ਆਈਦਰ ਔਰ, ਬੋਥ ਐਂਡ, ਨਾਈਦਰ ਨੋਰ। ਇਸ ਤਰੀਕੇ ਨਾਲ ਹੋਰ ਕਾਫੀ ਆ। ਆਈਦਰ ਅਤੇ ਔਰ ਜਿਹੜਾ ਵਾ ਨਾ, ਚੋਇਸ ਨੂੰ ਦੱਸਦਾ, ਜਦੋਂ ਦੋ ਚੋਇਸਿਸ ਤੁਹਾਨੂੰ ਦਿੱਤੀਆਂ ਜਾਣ, ਠੀਕ ਹੈ। ਜਿੱਦਾਂ ਲਾਸਟ ਇੱਕ ਸੈਂਟੈਂਸ ਇਹਦੇ ਨਾਲ ਰਿਲੇਟਿਡ ਆ, ਆਈਦਰ ਓਬੇ ਮਾਈ ਆਰਡਰਸ ਔਰ ਲੀਵ ਦਿਸ ਜੋਬ, ਠੀਕ ਹੈ। ਜਾਂ ਤਾਂ ਮੇਰੇ ਆਰਡਰਸ ਨੂੰ ਫੋਲੋ ਕਰ ਲਓ, ਅਤੇ ਜਾਂ ਜਿਹੜਾ ਵਾ ਤੁਹਾਨੂੰ ਇਹ ਜੋਬ ਛੱਡਣੀ ਪੈਣੀ ਆ। ਚੋਇਸ ਦਿੱਤੀ ਗਈ ਆ ਦੋ, ਠੀਕ ਹੈ। ਨੈਕਸਟ ਬੋਥ ਐਂਡ ਟੂ ਐਮਫੇਸਾਈਜ਼। ਕੋਈ ਚੀਜ਼ ਨੂੰ ਜਦੋਂ ਆਪਾਂ ਹਾਈਲਾਈਟ ਕਰਨਾ ਹੋਵੇ ਜਾਂ ਜ਼ੋਰ ਦੇ ਕੇ ਦੱਸਣਾ ਹੋਵੇ, ਠੀਕ ਹੈ, ਉਦੋਂ ਆਪਾਂ ਬੋਥ ਬੋਲ ਦਿੰਦੇ ਹਾਂ, ਠੀਕ ਹੈ। ਜਿੱਦਾਂ ਮੈਂ ਕਹਾਂ, ਸ਼ੀ ਇਜ਼ ਬੋਥ ਕਲੈਵਰ ਐਂਡ ਪ੍ਰਿਟੀ। ਮਤਲਬ ਉਹ ਚਲਾਕ ਵੀ ਆ ਅਤੇ ਸੋਹਣੀ ਵੀ ਆ, ਠੀਕ ਹੈ। ਨੈਕਸਟ ਇਜ਼ ਨਾਈਦਰ ਅਤੇ ਨੋਰ। ਨਾਈਦਰ ਅਤੇ ਨੋਰ ਜਿਹੜਾ ਵਾ ਐਕਸਪ੍ਰੈਸ ਚੋਇਸਿਸ ਨੈਗੇਟਿਵਲੀ। ਜਦੋਂ ਆਪਾਂ ਦੋ ਚੋਇਸਿਸ 'ਤੇ ਦਈਏ ਪਰ ਉਹ ਦੋਵੇਂ ਨੈਗੇਟਿਵ ਹੀ ਹੋਣ, ਠੀਕ ਹੈ। ਜਿੱਦਾਂ ਇੱਕ ਸੈਂਟੈਂਸ ਹੈਗਾ ਵਾ, ਨਾਈਦਰ ਹੀ ਨੋਰ ਹਿਜ਼ ਬ੍ਰਦਰ ਵਾਜ਼ ਸਕਸੈਸਫੁਲ। ਨਾ ਤਾਂ ਉਹ ਅਤੇ ਨਾ ਹੀ ਉਹਦਾ ਭਰਾ ਜਿਹੜੇ ਆ ਸਫਲ ਹੋਏ ਆ। ਮਤਲਬ ਦੋ ਚੋਇਸਿਸ ਦੀ ਅਗਰ ਮੈਂ ਗੱਲ ਕਰ ਰਹੀ ਹਾਂ ਇੱਥੇ, ਅਤੇ ਦੋ ਆਪਾਂ ਪਰਸਨਸ ਦੀ ਜਿੱਦਾਂ ਮੈਂ ਗੱਲ ਕਰ ਰਹੀ ਹਾਂ, ਸੇਮ ਚੀਜ਼ ਆ। ਨਾ ਉਹਦਾ ਭਰਾ ਅਤੇ ਨਾ ਹੀ ਉਹ ਜਿਹੜਾ ਵਾ ਸਕਸੈਸਫੁਲ ਹੋਏ, ਠੀਕ ਹੈ, ਇਸ ਤਰੀਕੇ ਨਾਲ। ਨੈਕਸਟ ਹੈਗਾ ਆ ਨੋਟ ਓਨਲੀ ਬਟ ਆਲਸੋ। ਨੋਟ ਓਨਲੀ ਦਾ ਮਤਲਬ ਇਹੀ ਨਹੀਂ, ਬਟ ਆਲਸੋ ਦਾ ਮਤਲਬ ਪਰ ਨਾਲ ਹੀ। ਮਤਲਬ ਦੋ, ਟੂ ਹਾਈਲਾਈਟ ਸਮਥਿੰਗ, ਕਿਸੇ ਚੀਜ਼ ਨੂੰ ਹਾਈਲਾਈਟ ਕਰਨਾ। ਜਿੱਦਾਂ ਮੈਂ ਕਹਾਂ, ਹੀ ਇਜ਼ ਨੋਟ ਓਨਲੀ ਓਨੈਸਟ ਬਟ ਆਲਸੋ ਕਾਇੰਡ, ਕਿ ਮਤਲਬ ਉਹ ਓਨੈਸਟ ਵੀ ਆ ਅਤੇ ਕਾਇੰਡ ਵੀ ਆ। ਦੋ ਕੁਆਲਿਟੀਜ਼ ਨੂੰ ਮੈਂ ਹਾਈਲਾਈਟ ਕਰਕੇ ਬੋਲਿਆ। ਨੈਕਸਟ ਹੈਗਾ ਨੋਟ ਅਤੇ ਬਟ। ਨੋਟ ਮੀਨਸ ਨਹੀਂ, ਬਟ ਮੀਨਸ ਪਰ। ਜਦੋਂ ਆਪਾਂ ਕਿਸੇ ਸਿਚੁਏਸ਼ਨ ਦਾ ਕੰਟਰਾਸਟ ਦੱਸਣਾ ਹੋਵੇ, ਉਲਟ ਵਾ ਕੋਈ ਚੀਜ਼ ਹੈ ਨਾ, ਉਦੋਂ ਆਪਾਂ ਨੋਟ ਅਤੇ ਬਟ ਯੂਜ਼ ਕਰਨਾ। ਸੱਚ ਦੈਟ, ਇਵੇਂ ਜਿਵੇਂ ਕਿ ਫੋਰ ਰਿਜ਼ਲਟ। ਸੱਚ ਦੈਟ ਉਦੋਂ ਯੂਜ਼ ਕਰਨਾ। ਨੋ ਸੂਨਰ ਅਤੇ ਦੈਨ, ਇਹ ਜਿਹੜੇ ਆ ਨਾ ਦੋਵੇਂ, ਇਹ ਉਦੋਂ ਆਉਂਦੇ ਆ, ਪਹਿਲਾਂ ਨੋ ਸੂਨਰ ਲਿਖਣਾ, ਫਿਰ ਐਕਸ਼ਨ ਲਿਖਣਾ, ਦੈਨ ਲਿਖਣਾ, ਫਿਰ ਐਕਸ਼ਨ ਲਿਖਣਾ। ਕਿੱਦਾਂ ਹੁੰਦਾ ਆ, ਜਿਹੜਾ ਐਕਸ਼ਨ ਪਹਿਲਾਂ ਸਟਾਰਟ ਹੋਇਆ ਹੁੰਦਾ ਨਾ, ਉਹਨੂੰ ਆਪਾਂ ਲਿਖਦੇ ਹਾਂ ਐਂਡ 'ਤੇ, ਬਿਫੋਰ ਪਹਿਲਾਂ ਲਾ ਦੇਣਾ ਦੈਨ। ਨੋ ਸੂਨਰ ਨੂੰ ਆਪਾਂ ਅੱਗੇ ਲਿਖਣਾ ਵਾ, ਅਤੇ ਉਹ ਸੈਕਿੰਡ ਇਵੈਂਟ ਹੋਊਗਾ ਤੁਹਾਡਾ। ਨੋ ਸੂਨਰ ਸੈਕਿੰਡ ਇਵੈਂਟ, ਫਿਰ ਲਾ ਦੇਣਾ ਤੁਸੀਂ ਦੈਨ, ਫਿਰ ਫਸਟ ਇਵੈਂਟ ਆਉਣਾ। ਕਹਿਣ ਦਾ ਮਤਲਬ ਹੈ ਕਿ ਨੋ ਸੂਨਰ ਦੈਨ ਉਦੋਂ ਯੂਜ਼ ਕਰਦੇ ਇਮੀਡੀਏਟਲੀ ਵਨ ਇਵੈਂਟ ਸਟਾਰਟਸ ਆਫਟਰ ਦਾ ਅਦਰ। ਜਦੋਂ ਇੱਕ ਇਵੈਂਟ ਸਟਾਰਟ ਹੋਇਆ ਅਤੇ ਉਸ ਤੋਂ ਬਾਅਦ ਦੂਜਾ ਸਟਾਰਟ ਹੋ ਗਿਆ, ਉਦੋਂ ਆਪਾਂ ਇਹ ਦੋ ਚੀਜ਼ਾਂ ਯੂਜ਼ ਕਰਦੇ, ਨੋ ਸੂਨਰ ਅਤੇ ਦੈਨ, ਠੀਕ ਹੈ। ਮੈਂ ਤੁਹਾਨੂੰ ਐਗਜ਼ਾਮਪਲ ਜਿੱਦਾਂ ਦੇ ਦਾਂ, ਨੋ ਸੂਨਰ ਦੈਟ ਇਟ ਬਿਗਨ ਟੂ ਰੇਨ ਦੈਨ ਵੀ ਰੈਨ ਇਨ ਟੂ ਦਾ ਹਾਊਸ, ਕਿ ਅਸੀਂ ਜਿਹੜਾ ਵਾ ਹਾਊਸ ਵੱਲ ਨੂੰ ਚਲੇ ਗਏ ਜਾਂ ਦੌੜ ਗਏ। ਕਦੋਂ ਦੌੜ ਗਏ, ਜਦੋਂ ਬਾਰਿਸ਼ ਸਟਾਰਟ ਹੋਈ, ਠੀਕ ਹੈ। ਮਤਲਬ ਉਹਦੇ ਆਉਣ ਦੇ ਨਾਲ ਨਾਲ, ਠੀਕ ਹੈ। ਮਤਲਬ ਆਪਾਂ ਭੱਜ ਗਏ ਅਤੇ ਉਸ ਤੋਂ ਬਾਅਦ ਜਲਦੀ ਹੀ ਜਿਹੜਾ ਵਾ ਬਾਰਿਸ਼ ਹੋਣੀ ਸਟਾਰਟ ਹੋ ਗਈ। ਇਸ ਤਰੀਕੇ ਨਾਲ ਤੁਸੀਂ ਇਸ ਚੀਜ਼ ਨੂੰ ਸਮਝ ਸਕਦੇ ਹੋ, ਨੋ ਸੂਨਰ ਅਤੇ ਦੈਨ ਨੂੰ,
थोड़ा जिहा कॉम्प्लीकेटेड है बट समझोगे तो समझ आ जाएगी, ठीक है। ਨੈਕਸਟ ਹੈਗਾ ਐਜ਼ ਅਤੇ ਐਜ਼ ਦਾ ਮਤਲਬ ਜਦੋਂ ਆਪਾਂ ਕੰਪੈਰੀਜ਼ਨ ਕਰਨਾ ਹੋਵੇ, ਠੀਕ ਹੈ, ਦੋ ਚੀਜ਼ਾਂ ਦੀ ਤੁਲਨਾ ਕਰਨੀ ਹੋਵੇ ਜਾਂ ਦੋ ਪਰਸਨਸ ਦੀ ਤੁਲਨਾ ਕਰਨੀ ਹੋਵੇ ਰੈਦਰ ਦੈਨ ਚੋਇਸ। ਜਦੋਂ ਆਪਾਂ ਦੋ ਚੀਜ਼ਾਂ ਨੂੰ ਜਿਹੜਾ ਚੁਣਨਾ ਹੋਵੇ ਕਿ ਮੈਂ ਆਹ ਚੀਜ਼ ਨਹੀਂ ਕਰਨੀ, ਇਸ ਦੀ ਬਜਾਏ ਮੈਂ ਆਹ ਕਰੂੰਗੀ, ਉਦੋਂ ਮੈਂ ਕਹਿਣਾ ਰੈਦਰ ਦੈਨ, ਠੀਕ ਹੈ। ਸੋ ਦਿਸ ਇਜ਼ ਆਲ ਅਬਾਊਟ ਯੋਰ ਦਿਸ ਸੈਸ਼ਨ ਅਬਾਊਟ ਕੰਜੰਕਸ਼ਨਸ। if you find any problem then you can message me or you can call me, okay. I hope you like the video.